ਬਿਲਕੁਲ ਨੈਸ਼ਨਲ ਮੀਡੀਆ ਮੋਦੀ ਦੀ ਕਵਰੇਜ, ਮੋਦੀ ਦੇ ਮੰਤਰੀਆਂ ਦੀ ਕਵਰੇਜ ਜਾਂ ਉਹਨਾਂ ਦੀ ਗੱਲ ਨੂੰ ਜ਼ਿਆਦਾਤਰ ਤਰੀਕੇ ਨਾਲ ਦਿਖਾਉਂਦਾ ਹੈ। ਕੋਈ ਸੰਸਥਾ ਗਲਤ ਹੋ ਸਕਦੀ ਹੈ ਜਾਂ ਉਹਨੂੰ ਚਲਾਉਣ ਵਾਲੇ ਵੀਰ ਜੀ ਗਲਤ ਹੁੰਦੇ, ਬਦਨਾਮ ਸੰਸਥਾ ਹੋ ਜਾਂਦੀ ਹੁੰਦੀ ਹੈ। ਬਹੁਤ ਵੱਡਾ ਸਿੱਖ ਜਗਤ ਆ, ਹਰ ਸਿੱਖ ਜਵਾਬ ਮੰਗ ਸਕਦਾ। ਇਹ ਕਿਉਂ ਜਵਾਬ ਮੰਗਦੇ ਨੇ? ਇਹ ਗਰਮ ਖਿਆਲੀ ਲੋਕ ਨੇ। ਸਤਵੰਤ ਸਿੰਘ, ਬੇਅੰਤ ਸਿੰਘ ਨੇ ਇੰਦਰਾ ਨੂੰ ਗੋਲੀ ਮਾਰੀ, ਬਾਕੀ ਏਡੀ ਵੱਡੀ ਕੌਮ ਸੀ ਯਾਰ। ਕੰਮ ਹੋ ਗਿਆ ਨਾ। ਗੱਲ ਤੇ ਸਰੂਪਾਂ ਦਾ ਹਿਸਾਬ ਲੈਣ ਦੀ ਹੈ ਨਾ। ਗੁਰੂ ਤੁਹਾਡੇ ਵੀ ਉਹਨੇ, ਗੁਰੂ ਮੇਰੇ ਵੀ ਉਹਨੇ। ਤੁਸੀਂ ਦੇਖ ਰਹੇ ਹੋ ਦਾ ਟੀਵੀ NRI ਤੇ ਮੈਂ ਹਾਂ ਇੰਦਰਜੀਤ ਸਿੰਘ ਚਾਹਲ। ਕਿਸਾਨੀ ਸੰਘਰਸ਼ ਮਾਲਵੇ ਤੋਂ ਸ਼ੁਰੂ ਹੁੰਦਾ ਹੋਇਆ ਦੇਸ਼ ਦੇ ਕਰੀਬ ਅੱਧੇ ਹਿੱਸੇ ਤੋਂ ਘੁੰਮਦਾ ਹੋਇਆ ਅੱਜ ਦੁਆਬੇ ਦੇ ਵਿੱਚ ਇੱਕ ਵੱਡਾ ਜਿਹੜਾ ਜਾਗਰੂਕਤਾ ਸਮਾਗਮ ਹੋਇਆ। ਵੱਡੇ ਬੁਲਾਰੇ ਪਹੁੰਚੇ ਨੇ, ਸਾਡੇ ਨਾਲ ਮੌਜੂਦ ਨੇ ਪ੍ਰਸਿੱਧ ਬੁਲਾਰੇ, ਪੱਤਰਕਾਰ ਤੇ ਬਹੁਤ ਕੁਛ। ਆਪਾਂ ਹੁਣ ਮੈਂ ਨਾਮ ਨਹੀਂ ਲੈ ਸਕਦਾ ਜਿੰਨੇ ਇਹਨਾਂ ਦੇ ਵਿੱਚ ਗੁਣ ਨੇ। ਸਰਦਾਰ ਮੱਖੂ ਸਾਹਿਬ, ਕਿਸਾਨੀ ਸੰਘਰਸ਼ ਕਾਫੀ ਸਮਾਂ ਹੋ ਗਿਆ ਚੱਲਦੇ ਨੂੰ। ਤੁਸੀਂ ਕਾਫੀ ਸੰਘਰਸ਼ ਧਰਨਿਆਂ ਦੇ ਵਿੱਚ ਗਏ, ਹੋਰ ਕਾਫੀ ਮੰਚਾਂ 'ਤੇ ਗਏ। ਕੋਈ ਆਸ ਦੀ ਕਿਰਨ ਤੁਹਾਨੂੰ ਲੱਗੀ ਤੁਹਾਡੇ ਦਿਮਾਗ 'ਚ? ਭਾਜੀ ਇਹਦੇ ਵਿੱਚ ਦੋ ਚੀਜ਼ਾਂ ਹੁੰਦੀਆਂ। ਪਹਿਲਾਂ ਤਾਂ ਮੈਂ ਤੁਹਾਡੇ ਦਾ ਟੀਵੀ NRI ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦੀ ਹਾਂ ਵੀ ਤੁਸੀਂ ਸਾਨੂੰ ਇਸ ਯੋਗ ਸਮਝਿਆ ਤੇ ਦਰਸ਼ਕਾਂ ਦੇ ਰੂਬਰੂ ਕੀਤਾ ਆ। ਦੂਜਾ, ਆਪਾਂ ਇਤਿਹਾਸਿਕ ਸਥਾਨ ਦੇ ਉੱਪਰ ਖੜੇ ਹਾਂ, 6ਵੇਂ ਪਾਤਸ਼ਾਹ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਤੁਸੀਂ ਆਏ ਹੋ, ਧੰਨਵਾਦੀ ਹਾਂ। ਭਾਜੀ ਤੁਸੀਂ ਇੱਕ ਸਵਾਲ ਕੀਤਾ ਹੈ ਵੀ ਕੋਈ ਆਸ ਦੀ ਚਿਣਗ ਲੱਗਦੀ ਪਈ ਹੈ। ਦੇਖੋ ਇਹਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ। ਇੱਕ ਜਿਹੜਾ ਮੇਰੇ ਮਨ ਦੇ ਵਿੱਚ ਹੁੰਦਾ ਸੀ ਨਾ ਵੀ ਲੋਕ ਯਾਰ ਆਪੋ ਆਪਣੇ ਕੰਮਾਂ ਕਾਰਾਂ ਦੇ ਵਿੱਚ ਨੇ, ਕੌਣ ਯਾਰ ਇਕੱਠੇ ਹੁੰਦੇ ਆ, ਏਕਤਾ ਕਿੱਥੇ ਹੈ? ਉਹ ਚੀਜ਼ ਅੱਜ ਮੈਂ ਪੰਜਾਬ ਦੇ ਵਿੱਚ ਇੱਕ ਚੀਜ਼ ਮਹਿਸੂਸ ਕੀਤੀ ਵੀ ਬੱਚਾ ਸੜਕ ਦੇ ਉੱਪਰ ਆਇਆ। ਆਪਾਂ ਪੋਜ਼ਿਟਿਵ ਪੱਖ ਵੀ ਲੈਣਾ, ਕਿਉਂਕਿ ਦੋ ਚੀਜ਼ਾਂ ਹੁੰਦੀਆਂ ਨਾ ਵੀ ਗਲਾਸ ਅੱਧਾ ਖਾਲੀ ਹੈ ਕਿ ਅੱਧਾ ਭਰਿਆ, ਉਹ ਚੀਜ਼ ਆਪਾਂ ਦੇਖਣੀ ਹੈ। ਇੱਕ ਨੈਗੇਟਿਵ ਪੱਖ ਇਹ ਹੈ ਵੀ ਜਦੋਂ ਇੱਕ ਅਸੀਂ ਯੂਨੀਅਨ ਸਟੇਟ ਹੈ ਸਾਰੇ ਭਾਰਤ ਦੇ ਅੰਦਰ, ਅਸੀਂ ਇਕੱਠੇ ਹਾਂ। ਜੇ ਇੱਕ ਸਟੇਟ ਦੇ ਵਿੱਚ ਇਸ ਤਰੀਕੇ ਦਾ ਮਾਹੌਲ ਹੈ ਤੇ ਸਰਕਾਰਾਂ ਨੂੰ ਚਾਹੀਦਾ ਸੀ ਕੋਈ ਵੀ ਬਿੱਲ ਲਿਆਉਣ ਤੋਂ ਪਹਿਲਾਂ ਕੋਈ ਗੋਸ਼ਟੀਆਂ ਹੁੰਦੀਆਂ, ਕੋਈ ਸੈਮੀਨਾਰ ਹੁੰਦੇ, ਕੋਈ ਇਹਦੇ ਉੱਪਰ ਡੂੰਘੀਆਂ ਵਿਚਾਰਾਂ ਹੁੰਦੀਆਂ, ਕਿਸਾਨ ਭਰਾਵਾਂ ਦੇ ਸਵਾਲ ਲਏ ਜਾਂਦੇ, ਉਹਨਾਂ ਨੂੰ ਘੱਟੋ ਘੱਟ ਸੰਤੁਸ਼ਟ ਕੀਤਾ ਜਾਂਦਾ। ਜੇ ਐਸਾ ਨਹੀਂ ਹੋਇਆ, ਇਹਨਾਂ ਨੇ ਬਿੱਲ ਥੋਪ ਦਿੱਤੇ, ਕਿਸਾਨਾਂ ਨੂੰ ਪ੍ਰਵਾਨ ਨਹੀਂ ਹੋਏ। ਪਰ ਕੇਂਦਰ ਸਰਕਾਰ ਕਹਿੰਦੀ ਅਸੀਂ ਗੋਸ਼ਟੀਆਂ ਕੀਤੀਆਂ, ਕਿਸਾਨਾਂ ਨਾਲ ਨਹੀਂ ਕੀਤੀਆਂ। ਜਿਹੜੇ ਉਹਨਾਂ ਦੇ ਚੁਣੇ ਨੁਮਾਇੰਦੇ ਭੇਜੇ ਸੀ ਉਹਨਾਂ ਨੇ ਕੀਤੀਆਂ। ਹੁਣ ਉਹ ਕਿੱਥੇ ਹੋਈਆਂ? ਸਵਾਲ ਇਹ ਆ। ਹੁਣ ਚੁਣੇ ਨੁਮਾਇੰਦੇ ਕਿੱਥੇ ਨੇ ਇਹ ਦੱਸੋ? ਹੁਣ ਚੁਣੇ ਨੁਮਾਇੰਦੇ ਕਿਹੜੇ ਪਾਸੇ ਖੜਦੇ ਪਏ ਨੇ? ਕਿਸਾਨਾਂ ਵਾਲੇ ਪਾਸੇ ਖੜਦੇ ਪਏ ਕਿ ਦੂਜੇ ਪਾਸੇ ਖੜਦੇ ਪਏ ਆ? ਜੇ ਉਹਨਾਂ ਦੀਆਂ ਗੋਸ਼ਟੀਆਂ ਹੋਈਆਂ ਸੀ, ਉਹਨਾਂ ਨੇ ਕਿਸਾਨਾਂ ਨਾਲ ਕਿਉਂ ਨਹੀਂ ਕੀਤੀਆਂ? ਫਿਰ ਉਹ ਜਿਹੜੇ ਚੁਣੇ ਹੋਏ ਨੁਮਾਇੰਦੇ ਉਹ ਤਾਂ ਖੁਦ ਕਹਿ ਰਹੇ ਨੇ ਕਿਸਾਨ ਭਰਾਵਾਂ ਦੇ ਹੱਕ ਦੇ ਵਿੱਚ ਆ ਜੀ, ਤੁਹਾਡੇ ਨਾਲ ਆ ਜੀ, ਬਿੱਲਾਂ ਦੇ ਵਿਰੋਧ ਵਿੱਚ ਜਾਂਦੇ ਆ। ਹੁਣ ਚੁਣੇ ਹੋਏ ਨੁਮਾਇੰਦਿਆਂ ਦਾ ਸਟੈਂਡ ਕੀ ਹੈ? ਕਲੀਅਰ ਤੇ ਕਰ ਦੇਣ ਨਾ। ਹੁਣ ਤਾਂ ਕੁਝ ਵੀ ਨਹੀਂ ਕਰਦੇ ਪਏ। ਸੋ ਉਹਦੇ ਵਿੱਚ ਮੈਂ ਤੁਹਾਨੂੰ ਜਿਹੜੀ ਛੋਟੀ ਜਿਹੀ ਚੀਜ਼, ਪਹਿਲੇ ਸਵਾਲ ਦਾ ਜਵਾਬ ਦੇ ਦਿਆ, ਸੈਕਿੰਡ ਦਾ ਵੀ ਜਵਾਬ ਦੇਣਾ ਮੈਂ। ਚਲੋ ਆਪਾਂ ਲਾ ਹੀ ਲੈਂਦੇ ਹਾਂ 5 ਮਿੰਟ। ਪਹਿਲੇ ਦੇ ਵਿੱਚ ਇਹ ਚੀਜ਼ ਹੈ ਕਿ ਸਰਕਾਰ ਆਪਦੇ ਅੜੀਅਲ ਸੁਭਾਅ ਦੇ ਉੱਪਰ ਅੜੀ ਹੋਈ ਹੈ ਵੀ ਆਹ ਕੰਮ ਕਰੋ ਫਿਰ ਤੁਹਾਡੀ ਮਾਲ ਗੱਡੀ ਜਾਏਗੀ, ਵਰਨਾ ਨਹੀਂ ਜਾਏਗੀ। ਇਹਨੂੰ ਕਿਹਾ ਜਾਂਦਾ ਆਪਣੀ ਹੀ ਇੱਕ ਸਟੇਟ ਦੇ ਨਾਲ ਇਸ ਤਰੀਕੇ ਦਾ ਸਰਕਾਰ ਦਾ ਅੜੀਅਲ ਸੁਭਾਅ, ਜੋ ਨਹੀਂ ਸੀ ਚਾਹੀਦਾ। ਮਤਰੇਈ ਮਾਮਲਾ ਕਹਿ ਲਓ ਜਾਂ ਕਿਤੇ ਕੁਝ ਵੀ ਕਹਿ ਸਕਦੇ ਆਪਾਂ। ਸੈਕਿੰਡ ਇਹਦੇ ਵਿੱਚ ਕੀ ਹੈ ਵੀ ਜਿਹੜਾ ਦੂਸਰਾ ਪੋਜ਼ਿਟਿਵ ਪੱਖ ਹੈ, ਸਾਡੇ ਪੰਜਾਬ ਦਾ ਕਿਸਾਨ ਸੜਕਾਂ ਦੇ ਉੱਪਰ ਆਇਆ, ਅਸੀਂ ਇਕੱਠੇ ਹੋਏ, ਸਾਨੂੰ ਆਪਣੇ ਹੱਕਾਂ ਦਾ ਪਤਾ ਲੱਗਾ। ਹੱਕਾਂ ਦੇ ਨਾਲ ਨਾਲ ਸਾਨੂੰ ਇਕੱਲਾ ਖੇਤੀ ਬਿੱਲਾਂ ਬਾਰੇ ਨਹੀਂ, ਇਸ ਤੋਂ ਪੁਰਾਣੀਆਂ ਸਾਡੇ ਨਾਲ ਠੱਗੀਆਂ ਕਿੱਥੇ ਵੱਜੀਆਂ, ਅਸੀਂ ਭਵਿੱਖ ਦੇ ਵਿੱਚ ਕਿਵੇਂ ਤਿਆਰ ਹੋ ਸਕਦੇ ਹਾਂ, ਕਿਸੇ ਵੀ ਮਸਲੇ ਦਾ ਸੋਲੂਸ਼ਨ ਕਿਵੇਂ ਕੱਢ ਸਕਦੇ ਹਾਂ, ਸਾਨੂੰ ਕਾਫੀ ਨੌਲੇਜ ਇਕੱਠੀ ਹੋਈ ਨਾ। ਸਾਡਾ ਨੁਕਸਾਨ ਹੋਇਆ, ਅਜੇ ਚਲੋ ਸਿਰ ਦੇ ਉੱਪਰ ਤਲਵਾਰ ਮੰਡਰਾ ਰਹੀ ਹੈ, ਪਰ ਫਿਰ ਵੀ ਸਾਨੂੰ ਇਕੱਠੇ ਹੋਣ ਦਾ ਇੱਕ ਸੁਭਾਗ ਤੇ ਮਿਲ ਗਿਆ। ਇਹਦਾ ਪੋਜ਼ਿਟਿਵ ਪੱਖ ਹੈ। ਨੈਗੇਟਿਵ ਪੱਖ ਇਹ ਹੈ ਵੀ ਸਰਕਾਰ ਆਪਦੇ ਅੜੀਅਲ ਸੁਭਾਅ ਦੇ ਉੱਪਰ ਹੋ ਸਕਦਾ ਉਹ ਬਿੱਲ ਵਾਪਸ ਨਾ ਲਵੇ। ਪਰ ਜੇ ਸਰਕਾਰ ਬਿੱਲ ਵਾਪਸ ਲੈ ਲੈਂਦੀ ਹੈ, ਕਿਸਾਨੀ ਤਾਂ ਵੀ ਨਹੀਂ ਜੇ ਬਚਦੀ। ਕੀ ਪਹਿਲਾਂ ਖੁਦਕਸ਼ੀਆਂ ਨਹੀਂ ਸੀ ਹੁੰਦੀਆਂ? ਕਿ ਪਹਿਲਾਂ ਕਿਸਾਨ ਜਿਹੜਾ ਉਹ ਕਰਜ਼ਾਈ ਨਹੀਂ ਸੀ? ਕਿ ਸੜਕਾਂ ਦੇ ਉੱਪਰ ਨਹੀਂ ਸੀ ਆਉਂਦਾ ਪਿਆ? ਕਿ ਉਹਨੂੰ ਆਪਣੀ ਫਸਲ ਵੇਚਣ ਲਈ ਡੰਡੇ ਨਹੀਂ ਸੀ ਖਾਣੇ ਪੈਂਦੇ? ਕਿ ਚੰਮ ਨਹੀਂ ਸੀ ਸਾੜਨਾ ਪੈਂਦਾ? ਪਹਿਲਾਂ ਵੀ ਉਹਨਾਂ ਹਾਲਾਤਾਂ ਵਿੱਚ ਸੀ। ਸੋ ਇਹਦਾ ਹੱਲ ਇਹ ਨਹੀਂ ਹੈ ਵੀ ਬਿੱਲ ਵਾਪਸ ਹੋ ਜਾਣ। ਇਹਦਾ ਹੱਲ ਇਹ ਹੈ ਵੀ ਜੇ ਕਿਸਾਨ ਲੰਮੇ ਸਮੇਂ ਤੋਂ ਕਹਿ ਰਿਹਾ ਸਵਾਮੀਨਾਥਨ ਰਿਪੋਰਟ ਹੈ, ਤਾਂ ਸਵਾਮੀਨਾਥਨ ਰਿਪੋਰਟ ਲਾਗੂ ਕਰ ਦਿੱਤੀ ਜਾਵੇ। ਉਹਦੇ ਨਾਲ ਕਿਸਾਨ ਜਿਹੜਾ ਉੱਠ ਸਕਦਾ ਹੈ, ਖੁਸ਼ਹਾਲ ਹੋ ਸਕਦਾ ਹੈ। ਸੈਕਿੰਡ ਤੁਹਾਡਾ ਜਿਹੜਾ ਸਵਾਲ ਸੀ, ਕੀ ਸਵਾਲ ਸੀ ਮੈਨੂੰ ਦੱਸਿਆ ਜੇ? ਸਵਾਲ ਮੇਰਾ ਇਹੋ ਹੀ ਸੀ ਵੀ ਜੇ ਸਰਕਾਰਾਂ ਨਹੀਂ ਕਰਦੀਆਂ ਪਈਆਂ ਜਾਂ ਪੂਰਾ ਦੇਸ਼ 'ਚ ਘੁੰਮ ਗਿਆ ਵਾ, ਤੇ ਫਿਰ ਜਿਹੜਾ ਅੜੀਅਲ ਰਵੱਈਆ ਕਿੱਥੇ ਆ? ਭਾਜੀ ਪੂਰੇ ਦੇਸ਼ ਦੇ ਵਿੱਚ ਅਜੇ ਨਹੀਂ ਘੁੰਮਿਆ, ਕਿਉਂਕਿ ਕੁਝ ਐਸੀਆਂ ਸਟੇਟ ਨੇ ਜਿੱਥੇ MSP ਪਹਿਲਾਂ ਖਤਮ ਸੀ। ਇਸ ਕਰਕੇ ਪੂਰੇ ਦੇਸ਼ ਦੇ ਵਿੱਚ ਨਹੀਂ। ਇਹਦਾ ਬਹੁਤ ਵੱਡਾ ਸੇਕ ਪੰਜਾਬ। ਵੈਸੇ ਪੰਜਾਬ ਕਦੀ ਵੀ ਮੈਂ ਦੇਖਦਾ ਮੈਂ ਪਹਿਲ ਕਰਦਾ ਹੁੰਦਾ ਹੈ, ਉਹ ਭਾਵੇਂ ਬਿੱਲਾਂ ਦੇ ਵਿਰੋਧ ਵਿੱਚ ਹੋਵੇ ਜਾਂ ਅਦਰ ਰਵਾਇਤੀ ਪਾਰਟੀਆਂ ਤੋਂ ਉੱਠਣ ਦੀ ਗੱਲ ਹੋਵੇ। ਮੈਂ ਕੇਜਰੀਵਾਲ ਦੀ ਪਾਰਟੀ ਦਾ ਸਪੋਰਟਰ ਨਹੀਂ ਹਾਂ, ਮੈਂ ਪਹਿਲਾਂ ਕਲੀਅਰ ਕਰਦੇ ਹਾਂ। ਮੈਂ ਕਿਸੇ ਪਾਰਟੀ ਦਾ ਸਪੋਰਟ ਨਹੀਂ ਕਰਦਾ, ਪਰ ਇੱਕ ਐਗਜ਼ਾਮਪਲ ਦੇ ਸਕਦਾ ਮੈਂ।
ਕੇਜਰੀਵਾਲ ਦੀ ਜਦੋਂ ਇੱਕ ਲਹਿਰ ਜੀ ਉੱਠੀ ਸੀ ਨਾ ਤੇ ਪੂਰੇ ਭਾਰਤ ਦੇ ਵਿੱਚ ਉਹਨੇ ਆਪਦੇ ਕੈਂਡੀਡੇਟ ਖੜੇ ਕੀਤੇ ਸੀ। ਪੂਰੇ ਭਾਰਤ ਦੇ ਵਿੱਚੋਂ ਇੱਕ ਵੀ ਕੈਂਡੀਡੇਟ ਨਹੀਂ ਸੀ ਜਿੱਤੇ ਪੰਜਾਬ ਨੇ 4 ਦੇ ਦਿੱਤੇ ਸੀ। ਇਹਦਾ ਅਰਥ ਕੀ ਹੈ? ਇਹਦਾ ਅਰਥ ਹੈ ਵੀ ਪੰਜਾਬ ਤਬਦੀਲੀ ਚਾਹੁੰਦਾ ਹੈ, ਪੰਜਾਬ ਰਵਾਇਤੀ ਪਾਰਟੀਆਂ ਤੋਂ ਉੱਠਣਾ ਚਾਹੁੰਦਾ ਹੈ, ਪੰਜਾਬ ਪਹਿਲ ਕਰਦਾ ਹੈ ਜੋ ਅਦਰ ਸਟੇਟ ਨਹੀਂ ਕਰਦੀ। ਇਸੇ ਪ੍ਰਕਾਰ ਬਿੱਲਾਂ ਦੇ ਵਿਰੋਧ ਦੀ ਜਦੋਂ ਗੱਲ ਆਈ ਹੈ ਤਾਂ ਪੰਜਾਬ ਨੇ ਸਭ ਤੋਂ ਪਹਿਲੀ ਪਹਿਲ ਕੀਤੀ ਹੈ। ਹੁਣ ਇਹਦਾ ਸੇਕ ਕਿੱਥੇ ਕੁ ਤੱਕ ਅੱਪੜਦਾ ਇਹ ਤੇ ਹੁਣ ਦੇਖਣਾ ਅਦਰ ਸਟੇਟ ਨੂੰ ਵੀ ਹੋਵੇਗਾ ਨਾ। ਸਾਹਿਬ ਪਹਿਲ ਸ਼ਾਇਦ ਦੂਸਰੇ ਹਿੱਸਿਆਂ 'ਚ ਵੀ ਹੋਵੇ, ਕਿਉਂਕਿ ਸਾਡਾ ਜਿਹੜਾ ਨੈਸ਼ਨਲ ਮੀਡੀਆ ਉਹ ਨਹੀਂ ਪਹੁੰਚਾ ਰਿਹਾ। ਉਸ ਹਿੱਸਿਆਂ 'ਚ ਵੀ ਸ਼ਾਇਦ ਉੱਠੀ ਹੋਵੇ, ਅੱਗ ਉੱਠੀ ਹੋਵੇ, ਪਰ ਧੂੰਆਂ ਨਹੀਂ ਪਹੁੰਚ ਸਕਿਆ ਪੂਰੇ ਦੇਸ਼ 'ਚ, ਕਿਉਂਕਿ ਨੈਸ਼ਨਲ ਮੀਡੀਆ ਦਾ ਜਿਹੜਾ ਰੋਲ ਆ ਉਸ ਤਰ੍ਹਾਂ ਦਾ ਪੋਜ਼ਿਟਿਵ ਪੱਖ ਨਹੀਂ ਹੈਗਾ ਸਾਹਮਣੇ। ਤੁਸੀਂ ਨੈਸ਼ਨਲ ਮੀਡੀਆ ਦੀ ਗੱਲ ਕੀਤੀ, ਬਿਲਕੁਲ ਨੈਸ਼ਨਲ ਮੀਡੀਆ ਮੋਦੀ ਦੀ ਕਵਰੇਜ, ਮੋਦੀ ਦੇ ਮੰਤਰੀਆਂ ਦੀ ਕਵਰੇਜ ਜਾਂ ਉਹਨਾਂ ਦੀ ਗੱਲ ਨੂੰ ਜ਼ਿਆਦਾਤਰ ਤਰੀਕੇ ਨਾਲ ਦਿਖਾਉਂਦਾ ਹੈ। ਕਿਸਾਨਾਂ ਦੀ ਹਰ ਗੱਲ ਜਿਹੜੀ ਹੈ ਅਦਰ ਤਰੀਕੇ ਦੇ ਨਾਲ ਉਹ ਪੇਸ਼ ਕੀਤੀ ਜਾਂਦੀ ਹੈ। ਬਟ ਹਰਿਆਣੇ ਦੇ ਵਿੱਚ ਕੋਈ ਸੇਕ ਲੱਗਾ, ਕਿਉਂਕਿ ਉੱਥੇ ਵੀ ਮੰਡੀਕਰਨ ਦੀ ਜਦੋਂ ਗੱਲ ਹੋਈ ਹੈ ਸੇਕ ਲੱਗਾ, ਪਰ ਓਡੇ ਵੱਡੇ ਪੱਧਰ ਦਾ ਨਹੀਂ ਜਿਵੇਂ ਪੰਜਾਬ ਦੇ ਵਿੱਚ ਹੈ। ਹੁਣ ਆਪਾਂ ਇੱਥੋਂ ਹੀ ਅੰਦਾਜ਼ਾ ਲਾ ਲਈਏ, ਇੱਕ ਪ੍ਰਵਾਸੀ ਯੂਪੀ ਦੇ ਵਿੱਚੋਂ ਟ੍ਰੇਨ ਚੜ੍ਹਦਾ ਪਿਆ, ਅੰਬਾਲੇ ਆ ਕੇ ਖੜ ਜਾਂਦਾ, ਇਹਦਾ ਅਰਥ ਹੈ ਵੀ ਅਦਰ ਦੇ ਵਿੱਚ ਟ੍ਰੇਨ ਚੱਲ ਰਹੀ ਹੈ, ਪੰਜਾਬ ਤੋਂ ਅਗਲੇ ਪਾਸੇ ਉਹਨੂੰ ਟ੍ਰੇਨ ਨਹੀਂ ਚੱਲਦੀ ਮਿਲਦੀ ਪਈ, ਉਹ ਬੱਸ ਦੇ ਉੱਪਰ ਜਾਂ ਹੋਰ ਕਿਸੇ ਜ਼ਰੀਏ ਆ ਰਿਹਾ। ਇਹ ਤੋਂ ਕਲੀਅਰ ਹੋ ਗਿਆ ਵੀ ਜਿਸ ਪੱਧਰ ਦੇ ਉੱਪਰ ਪੰਜਾਬ ਦੇ ਵਿੱਚ ਕੰਮ ਹੈ ਉਸ ਪੱਧਰ ਦੇ ਉੱਪਰ ਅਦਰ ਸਟੇਟ ਦੇ ਵਿੱਚ ਨਹੀਂ ਹੈ। ਸੋ ਕਹਿਣ ਤੋਂ ਭਾਵ ਪੰਜਾਬ ਜਦੋਂ ਤਬਦੀਲੀ ਹੁੰਦੀ ਹੈ ਉਦੋਂ ਵੀ ਮੋਹਰੀ ਹੁੰਦਾ ਹੈ। ਜਿਹੜੀ ਆਪਾਂ ਅੱਗੇ ਗੱਲ ਕਰਦੇ ਹੁੰਦੇ ਸਾਂ ਜਦੋਂ ਕੁਰਬਾਨੀਆਂ ਹੁੰਦੀਆਂ ਉਦੋਂ ਵੀ ਮੋਹਰੇ ਹੁੰਦਾ ਹੈ। ਜਦੋਂ ਸਰਕਾਰ ਆਪ ਦਾ ਅੜੀਅਲ ਰਵੱਈਆ ਅਪਣਾ ਦਿੰਦੀ ਹੈ ਤੇ ਪੰਜਾਬ ਉਦੋਂ ਵੀ ਸਿਰ ਅੜਾ ਕੇ ਅਗਲੇ ਪਾਸੇ ਖੜ ਜਾਂਦਾ। ਸਾਹਿਬ ਆਪਾਂ ਧਾਰਮਿਕ ਸਥਾਨ ਤੇ ਖੜੇ ਹਾਂ ਔਰ ਧਾਰਮਿਕ ਸਵਾਲ ਵੀ ਇੱਥੇ ਪੁੱਛਣਾ ਬਣਦਾ। 350 ਜਿਹੜੇ ਸਰੂਪ ਨੇ ਉਹਨਾਂ ਨੂੰ ਲੈ ਕੇ ਗੱਲ ਹੋ ਰਹੀ ਹੈ। ਜਿਹੜਾ SGPC ਤੋਂ ਜਵਾਬ ਮੰਗ ਰਿਹਾ ਹੈ, ਸਿੱਖ ਮੰਗ ਰਿਹਾ ਔਰ ਸੰਸਥਾਵਾਂ ਮੰਗ ਰਹੀਆਂ ਜਿਹੜੀਆਂ ਸਿੱਖਾਂ ਦੀ ਅਗਵਾਈ ਕਰਦੀਆਂ ਵਾ। ਤੁਹਾਨੂੰ ਉਧਰ ਕੀ ਆਸ ਦਿਖਾਈ ਦਿੰਦੀ, ਕਿਉਂਕਿ ਉਸ ਧਰਨੇ ਵਿੱਚ ਵੀ ਤੁਸੀਂ ਕਾਫੀ ਲੰਮਾ ਸਮਾਂ ਉੱਥੇ ਰਹੇ ਆ, ਕਾਫੀ ਦਿਨ ਗੁਜ਼ਾਰੇ ਆ। ਤੁਸੀਂ ਇਹ ਸਵਾਲ ਕੀਤਾ, ਇਹਦਾ ਜਵਾਬ ਅਸਲ ਦੇ ਵਿੱਚ ਇਹ ਹੈ, ਪਹਿਲਾਂ ਆਪਣਾ ਸੀ ਕੇਂਦਰ ਦੇ ਨਾਲ। ਇਹ ਸਾਡਾ ਬੜਾ ਇੱਕ ਸੈਂਸਿਟਿਵ ਇਸ਼ੂ ਹੈ ਕਿਉਂਕਿ SGPC ਇੱਕ ਕੁਰਬਾਨੀਆਂ ਦੇ ਵਿੱਚੋਂ ਨਿਕਲੀ ਹੈ। ਮੈਂ ਚਾਹੁੰਦਾ ਹਾਂ ਕਿ ਮੈਂ ਜਿਹੜੇ ਨੁਮਾਇੰਦੇ ਨੇ ਨਾ ਉਹਨਾਂ ਦਾ ਵਿਰੋਧ ਕਰਾਂ, ਨਾ ਕਿ ਆਪਣੀਆਂ ਸੰਸਥਾਵਾਂ ਦਾ ਵਿਰੋਧ ਕਰਾਂ। ਦੋ ਗੱਲਾਂ ਬੜੀਆਂ ਕਲੀਅਰ ਨੇ। ਇਹਨੂੰ ਬੜਾ ਸਮਝਣ ਲੱਗਿਆ ਥੋੜਾ ਵਕਤ ਲੱਗੇਗਾ, ਹੋ ਸਕਦਾ ਹੈ ਸਵਾਲ ਜੁੜਦਾ ਮੇਰਾ ਸਵਾਲ ਵਿੱਚ ਜੁੜਦਾ ਕਿ ਕੋਈ ਸੰਸਥਾ ਗਲਤ ਹੋ ਸਕਦੀ ਹੈ ਜਾਂ ਉਹਨੂੰ ਚਲਾਉਣ ਵਾਲੇ ਵੀਰ ਜੀ ਗਲਤ ਹੁੰਦੇ, ਬਦਨਾਮ ਸੰਸਥਾ ਹੋ ਜਾਂਦੀ ਹੁੰਦੀ ਹੈ। ਪਰ ਜਿਹੜੀ ਸੰਸਥਾ ਹੈ ਉਹ ਸੰਸਥਾ ਇੱਟਾਂ ਦੀ ਨਹੀਂ ਹੁੰਦੀ, ਚਲਾਉਣ ਵਾਲੇ ਅਸਲ ਦੇ ਵਿੱਚ ਬੰਦੇ ਹੁੰਦੇ ਨੇ, ਉਹਨਾਂ ਕਰਕੇ ਸੰਸਥਾ ਅੱਗੇ ਚੱਲਦੀ ਹੈ। ਸਾਨੂੰ ਇਹ ਦੇਖਣਾ ਪਏਗਾ ਵੀ 328 ਸਵਰੂਪਾਂ ਦੀ ਪਹਿਲੀ ਤੇ ਗੱਲ ਇਹ ਵੀ ਸਾਡੀ ਮੰਗ ਜਾਇਜ਼ ਹੈ ਕਿ ਨਾਜਾਇਜ਼ ਹੈ। ਪਹਿਲਾਂ ਫਸਟ ਇੱਥੋਂ ਸ਼ੁਰੂਆਤ ਹੁੰਦੀ ਹੈ। ਸਾਡੀ ਮੰਗ ਬੜੀ ਜਾਇਜ਼ ਹੈ ਕਿਉਂਕਿ ਅਸੀਂ ਰਿਪੋਰਟ ਆਪ ਨਹੀਂ ਤਿਆਰ ਕੀਤੀ, ਪੜਤਾਲੀਆ ਕਮੇਟੀ ਅਸੀਂ ਆਪ ਨਹੀਂ ਬਿਠਾਈ। ਪੜਤਾਲੀਆ ਕਮੇਟੀ ਜਿਹੜੀ ਬਿਠਾਈ ਹੈ ਉਹ ਜਥੇਦਾਰ ਹਰਪ੍ਰੀਤ ਸਿੰਘ ਜੀ ਨੇ ਬਿਠਾਈ ਹੈ। ਉਹਨਾਂ ਦੇ ਵਿੱਚ ਭਾਈ ਈਸ਼ਰ ਸਿੰਘ ਜੀ ਐਡਵੋਕੇਟ ਨੇ, ਬੜੇ ਸਿਆਣੇ ਨੇ, ਇੰਟੈਲੀਜੈਂਟ, ਵੈਲ ਐਜੂਕੇਟਡ ਪਰਸਨ ਨੇ, ਹੈਦਰਾਬਾਦ ਵਾਲੇ। ਰਿਪੋਰਟ ਉਹਨਾਂ ਦੀ ਤਿਆਰ ਹੋ ਕੇ ਆਈ ਹੈ। SGPC ਨੂੰ ਮੈਂ ਖੁਦ ਸਵਾਲ ਕੀਤਾ ਸੀ, ਮੈਂ ਕਿਹਾ ਜੀ 267 ਸਵਰੂਪ, ਕਹਿੰਦੇ ਜੀ ਗਿਣਤੀ ਵੱਧ ਵੀ ਸਕਦੀ, ਗਿਣਤੀ ਘਟ ਵੀ ਸਕਦੀ ਹੈ। ਇਹਨਾਂ ਨੇ ਸੁੱਖ ਨਾਲ ਗਿਣਤੀ ਘਟਾਉਣ ਦੀ ਜਗ੍ਹਾ ਦੇ ਉੱਪਰ ਗਿਣਤੀ ਵਧਾਤੀ, 328 ਕਰ ਦਿੱਤੀ। ਹੁਣ 328 ਦਾ ਅੰਕੜਾ ਮੈਂ ਤੁਹਾਨੂੰ ਪੁੱਛਦਾ ਜਾਂ ਕਿਸੇ ਨੂੰ ਵੀ ਪੁੱਛਦਾ, ਸਾਨੂੰ ਕਿਹਨੇ ਦਿੱਤਾ? SGPC ਨੇ ਦਿੱਤਾ। ਹੁਣ ਅਸੀਂ ਉਹ 328 ਜਿਹੜਾ ਅੰਕੜਾ SGPC ਨੇ ਦਿੱਤਾ ਉਹਦੇ ਤੇ ਸਵਾਲ ਕਰਦੇ ਪਏ ਆ ਵੀ ਤੁਸੀਂ ਇਹ ਗੱਲ ਕਹਿ ਰਹੇ ਹੋ ਪੜਤਾਲੀਆ ਰਿਪੋਰਟ ਦੇ ਅੰਦਰ ਵੀ 328 ਸਵਰੂਪ ਘੱਟ ਨੇ, ਸਾਨੂੰ ਦੱਸ ਦਿਓ ਕਿੱਥੇ ਗਏ ਆ। ਸਾਡਾ ਤਾਂ ਸਵਾਲ ਉਦੋਂ ਵੀ ਇਹ ਸੀ, ਅੱਜ ਵੀ ਇਹ ਆ। ਜੇ ਉਹ ਅੜੀਅਲ ਰਵੱਈਆ ਅਪਣਾਉਂਦੇ ਨੇ, ਮੰਨ ਲਓ ਸਾਡੇ ਨਾਲ ਸਾਡੇ ਸਾਥੀਆਂ ਦੇ ਉੱਪਰ ਡਾਂਗਾ ਵੀ ਚਲਾਉਂਦੇ ਨੇ, ਤੇ ਮੈਂ ਸਾਥੀਆਂ ਨੂੰ ਇੱਕ ਗੱਲ ਕਹਿਤੀ ਸੀ, ਮੈਂ ਕਿਹਾ ਡਾਂਗਾ ਨਹੀਂ ਇਹ ਸਨਮਾਨ ਹੀ ਸਮਝਿਆ ਜੇ। ਸਾਨੂੰ ਇਹ ਦੇਖਣਾ ਪਏਗਾ ਵੀ ਅਸੀਂ ਡਾਂਗ ਕਿਉਂ ਖਾਧੀ ਹੈ। ਜੇ ਮੰਨ ਲਓ ਮੈਂ ਹੱਕ ਸੱਚ ਦੀ ਗੱਲ ਕਰਦਾ ਹੋਇਆ ਹਰਪ੍ਰੀਤ ਸਿੰਘ ਮਖੂ ਦੇ ਡਾਂਗ ਪੈ ਜਾਂਦੀ ਹੈ ਤਾਂ ਮੈਨੂੰ ਪੀੜ ਨਹੀਂ ਹੋਣੀ। ਪਰ ਇੱਥੇ ਕਈ ਲੋਕ ਸਵਾਲ ਇਹ ਕਰਦੇ ਨੇ ਮਖੂ ਸਾਹਿਬ, ਕਿ ਤੁਸੀਂ ਵੀ ਪੱਤਰਕਾਰ ਹੋ, ਕਿ ਜਿਹੜੇ ਇਹ ਲੋਕ ਹਿਸਾਬ ਮੰਗਦੇ ਪਏ ਨੇ, ਕਿਉਂਕਿ ਬਹੁਤ ਵੱਡਾ ਸਿੱਖ ਜਗਤ ਆ, ਹਰ ਸਿੱਖ ਜਵਾਬ ਮੰਗ ਸਕਦਾ, ਇਹ ਕਿਉਂ ਜਵਾਬ ਮੰਗਦੇ ਨੇ? ਇਹ ਗਰਮ ਖਿਆਲੀ ਲੋਕ ਨੇ। ਚਲੋ ਮੰਨ ਲਿਆ, ਹੁਣ ਆਪਾਂ ਇੱਥੇ ਫਿਰ ਇਹ ਵੀ ਗੱਲ ਕਹਿ ਦਿਆਂਗੇ, ਜਦੋਂ 84 ਦਾ ਸਾਕਾ ਹੋਇਆ, ਹੁਣ ਆਪਾਂ ਕਹੀਏ ਵੀ ਕੌਮ ਤੇ ਏਡੀ ਵੱਡੀ ਸੀ, ਇਹ ਹੀ ਕਿਉਂ ਦਰਬਾਰ ਸਾਹਿਬ ਜਾ ਕੇ ਲੜੇ? ਮੰਨ ਲਓ ਇਹ ਤੇ ਫਿਰ ਸਵਾਲ ਇੱਥੇ ਵੀ ਹੋ ਸਕਦਾ ਵੀ ਇਹ ਹੀ ਕਿਉਂ ਉੱਥੇ ਜਾ ਕੇ ਲੜੇ? ਕੌਮ ਤੇ ਏਡੀ ਵੱਡੀ ਸੀ, ਉਹ ਕਿਉਂ ਨਹੀਂ ਹੱਲ ਹੋ ਗਿਆ? ਹੁਣ ਆਪਾਂ ਜੇ ਵੈਦਿਆ ਨੂੰ ਮਾਰਨ ਦੀ ਗੱਲ ਕਰੀਏ ਤੇ ਆਪਾਂ ਉੱਥੇ ਕਹਿ ਦਿਆਂਗੇ ਵੀ ਇਹ ਹੀ ਦੋ ਕਿਉਂ ਗਏ, ਬਾਕੀ ਕਿਉਂ ਨਹੀਂ ਗਏ? ਸਤਵੰਤ ਸਿੰਘ, ਬੇਅੰਤ ਸਿੰਘ ਨੇ ਇੰਦਰਾ ਨੂੰ ਗੋਲੀ ਮਾਰੀ, ਬਾਕੀ ਏਡੀ ਵੱਡੀ ਕੌਮ ਸੀ। ਯਾਰ ਕੰਮ ਹੋ ਗਿਆ ਨਾ। ਅਸੀਂ ਮੰਨ ਲਓ ਕੌਮ ਦਾ ਹਿੱਸਾ ਮਾਂ, ਅਸੀਂ ਕੌਮ ਦਾ ਹਿੱਸਾ, ਸਗੋਂ ਸਾਨੂੰ ਸ਼ਾਬਾਸ਼ ਤੁਹਾਨੂੰ ਦੇਣੀ ਚਾਹੀਦੀ ਹੈ, ਸਾਰਿਆਂ ਨੂੰ ਦੇਣੀ ਚਾਹੀਦੀ ਹੈ ਵੀ ਭਾਈ ਏਡੀ ਵੱਡੀ ਕੌਮ ਦੇ ਵਿੱਚੋਂ ਆ 8-10 ਬੰਦੇ ਉੱਠ ਕੇ ਯਾਰ ਉੱਥੇ ਗਏ ਆ। ਵੀਰ ਜੀ ਜਦੋਂ ਕੋਈ ਪਾਵਰ ਦੇ ਵਿੱਚ ਹੁੰਦਾ ਹੈ ਨਾ ਉਹਦੇ ਤੇ ਸਵਾਲ ਕਰਨਾ ਬੜਾ ਟਫ ਹੁੰਦਾ ਹੈ। ਜਦੋਂ ਕੋਈ ਪਾਵਰ ਤੋਂ ਬਾਹਰ ਹੁੰਦਾ ਉਹ ਤੇ ਸਵਾਲ ਤੇ ਕੋਈ ਵੀ ਕਰ ਲੈਂਦਾ। ਯਾਰ ਤੁਸੀਂ ਇਹ ਚੀਜ਼ ਦੇਖੋ ਵੀ ਜੇ ਹਰਪ੍ਰੀਤ ਸਿੰਘ ਮਖੂ ਇੱਕ ਪ੍ਰਚਾਰਕ ਹੈ ਔਰ ਤੁਹਾਨੂੰ ਵੀ ਇਸ ਗੱਲ ਦਾ ਪਤਾ ਵੀ ਬਹੁਤੀਆਂ ਜਿਹੜੀਆਂ ਸਟੇਜ ਨੇ ਉਹ ਬਾਦਲ ਦੇ ਅੰਡਰ ਨੇ, ਜਿਹੜੀਆਂ SGPC ਦੇ ਅੰਡਰ ਨੇ, ਬਾਦਲ ਦੇ ਬੰਦਿਆਂ ਦੇ ਅੰਡਰ ਨੇ, ਪ੍ਰਧਾਨ ਨੇ, ਡਰ ਤੇ ਮੈਨੂੰ ਵੀ ਹੈ ਕਿਤੇ ਨਾ ਕਿਤੇ ਮੇਰੀ ਸਟੇਜ ਖੁੱਸ ਜਾਏਗੀ।
ਜੇ ਹੁਣ ਇਹ ਸਿੱਧਾ ਹੀ ਜਥੇਦਾਰ ਦੇ ਕੋਲੋਂ ਕਿਸੇ ਦੇ ਕੋਲੋਂ ਬੁਲਵਾ ਲੈਂਦੇ ਨੇ ਵੀ ਹਰਪ੍ਰੀਤ ਸਿੰਘ ਮਖੂ ਨੂੰ 1 ਸਾਲ ਲਈ ਬੈਨ ਕੀਤਾ ਜਾਂਦਾ ਹੈ, ਮੈਨੂੰ ਇੱਥੇ ਟਾਮੀ ਸਾਹਿਬ ਵੀ ਨਹੀਂ ਸੱਦਿਆ ਜਾਏਗਾ, ਹੋ ਜਾਏਗਾ ਨਾ। ਪਰ ਫਿਰ ਵੀ ਅਸੀਂ ਸਾਰਾ ਕੁਝ ਆਪਣਾ ਦਾਅ ਦੇ ਉੱਪਰ ਲਾ ਕੇ ਸਵਾਲ ਪੁੱਛਦੇ ਪਏ ਹਾਂ ਵੀ ਭਾਈ ਸਾਨੂੰ ਜਵਾਬ ਦਿਓ, 328 ਸਵਰੂਪ ਗਏ ਕਿੱਥੇ, ਸਾਨੂੰ ਕਲੀਅਰ। ਹੁਣ ਇੱਕ ਸੰਸਥਾ ਹੈ, ਦੇਖੋ ਸਾਨੂੰ ਇੱਕ ਗੱਲ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸ਼ੇਅਰ ਕਰ ਦਿੰਦਾ ਵਾਂ। ਜਿਸ ਦਿਨ ਪਹਿਲੇ ਦਿਨ ਐਸਜੀਪੀਸੀ ਨੇ ਸਾਨੂੰ ਸੱਦਿਆ ਸੀ ਨਾ ਵੀ ਤੁਸੀਂ ਆਓ ਆਪਾਂ ਬਹਿ ਕੇ ਗੱਲ ਕਰੀਏ, ਇਹ ਕੰਮ ਚੰਗਾ ਨਹੀਂ ਹੈ, ਧਰਨੇ ਲਾਉਣੇ, ਮੋਰਚੇ ਲਾਉਣੇ, ਅਸੀਂ ਕਹਿ ਦਿੱਤਾ ਵੀ ਜੇ ਇਹ ਕੰਮ ਚੰਗਾ ਨਹੀਂ ਹੈ ਤੇ 82 ਦੇ ਵਿੱਚ ਜਿਹੜੇ ਧਰਮ ਯੁੱਧ ਮੋਰਚਾ ਲੱਗਾ ਸੀ ਕਿੱਥੋਂ ਲੱਗਾ ਸੀ, ਸਾਨੂੰ ਕਲੀਅਰ ਕਰ ਦਿਓ। ਉਹਨਾਂ ਨੇ ਦੇਖਿਆ ਵੀ ਇਹਨਾਂ ਨਾਲ ਬਹਿਣਾ ਪੈਣਾ। ਜਦੋਂ ਸਾਡੇ ਨਾਲ ਬੈਠੇ, ਸਾਡੇ ਬੈਠਣ ਤੋਂ ਪਹਿਲਾਂ ਉਹਨਾਂ ਨੇ ਕਮਿਸ਼ਨਰ ਸਾਹਿਬ ਨੂੰ ਸੱਦਿਆ ਹੋਇਆ ਸੀ ਉੱਥੇ, ਤੇ ਕਮਿਸ਼ਨਰ ਸਾਹਿਬ ਨਾਲ ਜਦੋਂ ਸਾਡੀ ਬੈਠ ਕੇ ਗੱਲਬਾਤ ਹੋਈ, ਅਸੀਂ ਕਿਹਾ ਜੀ ਪਰਚਾ ਕਰੋ। ਉਹ ਕਹਿੰਦੇ ਪਰਚਾ ਤੁਸੀਂ ਰੌਲਾ ਪਾ ਸਕਦੇ ਹੋ, ਪ੍ਰੈਸ਼ਰ ਕ੍ਰੀਏਟ ਕਰ ਸਕਦੇ ਹੋ, ਪਰ ਤੁਸੀਂ ਆਪਣੇ ਵੱਲੋਂ ਪਰਚਾ ਨਹੀਂ ਕਰਵਾ ਸਕਦੇ। ਅਸੀਂ ਪੁੱਛਿਆ ਵੀ ਕਿਉਂ ਨਹੀਂ ਕਰਵਾ ਸਕਦੇ, ਕਹਿੰਦੇ ਕਿਉਂਕਿ ਐਸਜੀਪੀਸੀ ਦਾ ਗੁਰਦੁਆਰਾ ਐਕਟ ਦੇ ਅਕੋਰਡਿੰਗ ਚੱਲੇਗਾ ਸਾਰਾ ਕੁਝ, ਤੇ ਨੰਬਰ 2 ਜਿਹੜਾ ਗੁਰਦੁਆਰਾ ਐਕਟ ਆ ਉਹਦੇ ਅਕੋਰਡਿੰਗ ਇਹ ਜਿਹੜੀ ਸੰਸਥਾ ਹੈ ਇਹਦਾ ਇੰਟਰਨਲ ਮਾਮਲਾ ਹੈ, ਤੇ ਇੰਟਰਨਲ ਮਾਮਲੇ ਦੇ ਵਿੱਚ ਸੰਸਥਾ ਜਾ ਕੇ ਉੱਥੇ ਸਾਨੂੰ ਰਿਪੋਰਟ ਦੇਵੇ, ਅਸੀਂ ਪਰਚਾ ਕਰ ਸਕਦੇ ਹਾਂ, ਵਰਨਾ ਬਾਹਰੋਂ ਕੋਈ ਵੀ ਰੌਲਾ ਪਾਵੇ ਅਸੀਂ ਪਰਚਾ ਨਹੀਂ ਕਰ ਸਕਦੇ। ਇਸ ਮਾਮਲੇ 'ਚ ਸਿੰਘ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਦਾ, ਉਹਨਾਂ ਦਾ ਰੋਲ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਉਹਨਾਂ ਨੇ ਸਾਡੇ ਨਾਲ ਤੇ ਕੋਈ ਗੱਲਬਾਤ ਨਹੀਂ ਜੀ ਕੀਤੀ, ਤੇ 328 ਸਵਰੂਪਾਂ ਦੇ ਉੱਪਰ ਜੇ ਕੋਈ ਬਿਆਨ ਦੇਣਗੇ ਜਨਤਕ ਹੋ ਹੀ ਜਾਵੇਗਾ। ਬਾਕੀ ਦੂਸਰਾ ਇਹ ਹੈ ਵੀ ਜਦੋਂ ਆਪਣੇ ਉੱਥੇ ਅਸੀਂ ਬੈਠੇ ਹਾਂ ਉਦੋਂ ਆਪਣੇ ਜਿਹੜੇ ਹੁਣ ਸੰਸਥਾਵਾਂ ਜਾਂ ਸਤਿਕਾਰਯੋਗ ਸਾਡੇ ਜਿੰਨੇ ਵੀ ਨੇ ਆਗੂ ਜਿਹੜੇ ਹੁਣ ਮੰਗ ਕਰਦੇ ਪਏ ਨੇ, ਉਦੋਂ ਸਾਡੇ ਨਾਲ ਇਹ ਨਹੀਂ ਆਏ। ਕਲੀਅਰ ਕੱਟ ਹੈ ਤੇ ਮੀਡੀਆ ਦੀ ਰਿਪੋਰਟ ਹੈ। ਜਦੋਂ ਸਾਡੇ ਡਾਂਗਾ ਪਈਆਂ ਉਦੋਂ ਵੀ ਕੋਈ ਇਸ ਤਰੀਕੇ ਦਾ ਬਿਆਨ ਨਹੀਂ ਆਇਆ, ਜੇ ਆਇਆ ਹੋਵੇਗਾ ਇੱਕ ਅੱਧਾ ਤੇ ਚਲੋ ਪ੍ਰਮਾਣ ਹੈ। ਉਸ ਤੋਂ ਬਾਅਦ ਹੁਣ ਵੀਰ ਬੈਠੇ ਨੇ, ਅਸੀਂ ਤਾਂ ਵੀ ਸਮਰਥਨ ਕਰਦੇ ਹਾਂ। ਅਸੀਂ ਕਹਿੰਦੇ ਵੀ ਗੱਲ ਇਹ ਨਹੀਂ ਹੈ ਵੀ 328 ਸਵਰੂਪਾਂ ਦੀ ਗੱਲ ਮਖੂ ਹੀ ਕਰੇਗਾ, ਜੇ ਸਾਡਾ ਭਰਾ ਅਗਲਾ ਕਰ ਲਵੇਗਾ ਅਸੀਂ ਤਾਂ ਵੀ ਸਮਰਥਨ ਕਰਾਂਗੇ। ਅਸੀਂ ਕਹਿੰਦੇ ਹੁਣ ਹੀ ਹਿਸਾਬ ਦੇ ਦਿਓ। ਹੁਣ ਭਾਈ ਰਣਜੀਤ ਸਿੰਘ ਵੀ ਆ ਗਏ ਇਸ ਮਾਮਲੇ ਦੇ ਵਿੱਚ, ਭਾਈ ਬਲਦੇਵ ਸਿੰਘ ਵਡਾਲਾ ਵੀ ਆ ਗਏ ਨੇ। ਜੇ ਹੋਰ ਵੀ ਕੋਈ ਸੰਸਥਾ ਹੁੰਦੀ ਤਾਂ ਗੱਲ ਤੇ ਸਵਰੂਪਾਂ ਦਾ ਹਿਸਾਬ ਲੈਣ ਦੀ ਹੈ ਨਾ। ਗੁਰੂ ਤੁਹਾਡੇ ਵੀ ਉਹਨੇ, ਗੁਰੂ ਮੇਰੇ ਵੀ ਉਹਨੇ। ਇਹ ਮਖੂ ਸਾਹਿਬ ਤੁਸੀਂ ਪੱਤਰਕਾਰ ਹੋ, ਪੂਰੇ ਇਸ ਚੀਜ਼ ਨੂੰ ਜ਼ਿਆਦਾ ਮੇਰੇ ਨਾਲੋਂ ਜ਼ਿਆਦਾ ਜਾਣਦੇ ਹੋ, ਕਿਉਂਕਿ ਜਦੋਂ ਕੋਈ ਜਥੇਦਾਰ ਸਾਹਿਬ ਜਿੱਦਾਂ ਗਿਆਨੀ ਰਣਜੀਤ ਸਿੰਘ ਹੋਣਾ ਦੀ ਗੱਲ ਕੀਤੀ ਜਾਂ ਵਡਾਲਾ ਸਾਹਿਬ ਦੀ ਤੁਸੀਂ ਗੱਲ ਕੀਤੀ, ਇਹ ਜਦੋਂ ਆਪਣੇ ਇਹ ਪਾਵਰ 'ਚ ਹੁੰਦੇ ਨੇ ਉਦੋਂ ਨਹੀਂ ਗੱਲ ਕਰਦੇ, ਜਦੋਂ ਪਾਵਰ 'ਚੋਂ ਬੇਪਾਵਰ ਹੋ ਜਾਂਦੇ ਨੇ ਉਦੋਂ ਕਿਉਂ ਗੱਲ ਕਰਦੇ, ਜਦੋਂ ਵਿੱਚ ਹੁੰਦੇ ਨੇ ਉਦੋਂ ਵੀ ਕੀ ਇਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਸੰਸਥਾ ਦੇ ਵਿੱਚ ਆਹ ਖਾਮੀਆਂ ਹੈਗੀਆਂ? ਭਾਜੀ ਇਹ ਸਵਾਲ ਤੇ ਮੇਰੇ ਖਿਆਲ ਦੇ ਵਿੱਚ ਉਹਨਾਂ ਤੇ ਹੈ, ਉਹ ਜਵਾਬ ਦੇਣ ਵੀ ਕਿਉਂ ਨਹੀਂ ਬੋਲੇ ਜਾਂ ਕੀ ਕਾਰਨ ਹੋਇਆ, ਜਾਂ ਜੇ ਬੋਲੇ ਤੇ ਕੀ ਬੋਲੇ ਆ, ਹੈ ਨਾ। ਉਹਦਾ ਜਵਾਬ ਮੈਂ ਤੇ ਦੇ ਨਹੀਂ ਨਾ ਸਕਦਾ, ਕਿਉਂਕਿ ਪਾਵਰ ਦੇ ਵਿੱਚ ਉਹ ਸੀ, ਕੀ ਪ੍ਰੈਸ਼ਰ ਸੀ, ਕੀ ਨਹੀਂ ਸੀ, ਜਾਂ ਕੀ ਬੋਲੇ ਸੀ। ਅਗਲਾ ਹੋ ਸਕਦਾ ਆਪ 10 ਕੰਮ ਗਿਣਾ ਦੇਵੇ, ਇਹਦਾ ਜਵਾਬ ਤੇ ਦੇਣਗੇ ਉਹ। ਮੈਂ ਆਪਣੀ ਉਦਣ ਵਾਲੀ ਮੰਗ ਤੇ ਅੱਜ ਵੀ ਖੜਾ ਵੀ 328 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦਾ ਹਿਸਾਬ ਦਿਓ, ਕਿੱਥੇ ਗਏ ਨੇ। ਜੇ ਗਲਤ ਥਾਵਾਂ ਤੇ ਤੁਸੀਂ ਦਿੱਤੇ ਨੇ ਸਾਨੂੰ ਦੱਸ ਦਿਓ, ਅਸੀਂ ਆਪ ਜਾ ਕੇ ਲੈ ਕੇ ਆਉਂਦੇ ਹਾਂ, ਆਪ ਖਰਚਾ ਕੇ। ਜੇ ਗੁਰੂ ਦੇ ਨਾਂ ਤੇ ਅਸੀਂ ਖਾਂਦੇ ਹਾਂ ਤੇ ਫਿਰ ਗੁਰੂ ਦੀ ਸੇਵਾ ਦੇ ਵਿੱਚ ਸਾਨੂੰ ਜਾਣਾ ਪੈਂਦਾ, ਅਸੀਂ ਚਲੇ ਜਾਵਾਂਗੇ, ਅਸੀਂ ਜਾ ਕੇ ਸਰੂਪ ਲੈ ਆਉਂਦੇ ਹਾਂ। ਸੋ ਗੱਲ ਕੀ ਹੈ, ਮੈਂ ਤੁਹਾਨੂੰ ਮੁੱਖ ਦੀ ਗੱਲ ਜਿਹੜਾ ਨਿਚੋੜ ਦੇ ਦਿੰਦਾ ਵਾਂ। ਨਿਚੋੜ ਇਹ ਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਕਰਕੇ ਸਿੱਧਾ ਨਹੀਂ ਕਰਦੀ ਪਈ ਪਰਚੇ, ਕਿਉਂਕਿ ਜੇ ਪਰਚਾ ਕੀਤਾ ਹੁਣ ਅਸੀਂ ਧਿਰ ਬਣ ਜਾਣਾ, ਪਾਰਟੀ ਬਣਾਂਗੇ ਅਸੀਂ। ਪਾਰਟੀ ਜੇ ਐਸਜੀਪੀਸੀ ਸਿੱਧਾ ਪਰਚਾ ਕਰਦੀ ਹੈ, ਹੋ ਸਕਦਾ ਅੱਜ ਪਰਚਾ ਕਰਕੇ ਸਵੇਰੇ ਉਹਨਾਂ ਨੂੰ ਰਾਜੀਨਾਮਾ ਕਰ ਲਵੇ, ਲੋਕਾਂ ਦੀ ਅੱਖਾਂ 'ਚ ਘੱਟਾ ਪੈ ਗਿਆ। ਜੇ ਹੁਣ ਪਰਚਾ ਹੁੰਦਾ ਹੈ, ਹੁਣ ਪਰਚੇ ਦਾ ਇਹ ਫਾਇਦਾ ਵੀ ਹੁਣ ਕੋਈ ਨਾ ਕੋਈ ਪਾਰਟੀ ਬਣੇਗਾ। ਜੇ ਹੁਣ ਮੰਨ ਲਓ ਐਸਜੀਪੀਸੀ ਉਹਨਾਂ ਤੇ ਪਰਚਾ ਕਰਦੀ, ਅਸੀਂ ਪਾਰਟੀ ਬਣ ਜਾਂਦੇ ਹਾਂ, ਅਸੀਂ ਰਾਜੀਨਾਮਾ ਨਹੀਂ ਹੋਣ ਦਿਆਂਗੇ, ਅਸੀਂ ਕੋਰਟ ਦੇ ਵਿੱਚ ਲੈ ਕੇ ਜਾਵਾਂਗੇ। ਐਸਜੀਪੀਸੀ ਇਸ ਕਰਕੇ ਨਹੀਂ ਕਰਦੀ ਪਈ ਕਿਉਂਕਿ ਇਹਦੇ ਵਿੱਚ ਵੱਡੇ ਵੱਡੇ ਬੰਦਿਆਂ ਦੇ ਨਾਮ ਆਉਣੇ ਨੇ, ਔਰ ਕਵਲਜੀਤ ਸਿੰਘ ਮੰਨ ਚੁੱਕਾ ਹੈ ਵੀ ਸਾਨੂੰ ਫੋਨ ਆਉਂਦਾ ਸੀ, ਸਾਡੇ ਕੋਲ ਪਰਚੀ ਆਉਂਦੀ ਸੀ, ਦੇ ਦਿੰਦੇ ਸਾਂ। ਹੁਣ ਫੋਨ ਕਿਹਨਾਂ ਦੇ ਆਉਂਦੇ ਸੀ, ਪਰਚੀ ਉਹ ਜਨਤਕ ਹੋਣਗੇ, ਉਹਨਾਂ ਤੇ ਕਿਹਦਾ ਪ੍ਰੈਸ਼ਰ ਪੈਂਦਾ ਉਹ ਜਨਤਕ ਹੋਣਗੇ, ਕਿ ਲੜੀ ਜੁੜਦੀ ਕਿਤੇ ਨਾ ਕਿਤੇ ਵੱਡੇ ਘਰ ਤੱਕ ਜੁੜ ਜਾਏਗੀ। ਇਸ ਕਰਕੇ ਸਾਰੇ ਚੁੱਪ ਨੇ, ਇਹਨਾਂ ਨੂੰ ਲੱਗਦਾ ਵੀ ਡਾਂਗਾ ਮਾਰ ਕੇ ਚੁੱਪ ਕਰਾ ਲਾਂਗੇ, ਪਰ ਕਦੀ ਵੀ ਐਸਾ ਹੁੰਦਾ ਵੀ ਆਵਾਜ਼ ਦਬਾਇਆ ਨਹੀਂ ਦਬਦੀ ਹੁੰਦੀ, ਐਕਸ਼ਨ ਦਾ ਰੀਐਕਸ਼ਨ ਹੋ ਜਾਂਦਾ ਹੁੰਦਾ। ਹੁਣ ਉਦੋਂ ਆਵਾਜ਼ ਅਸੀਂ ਸੀ, ਹੁਣ ਵਡਾਲਾ ਜੀ ਵੀ ਆ ਗਏ, ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਵੀ ਆ ਗਏ। ਉਦੋਂ ਪਹਿਲੇ ਦਿਨ ਮੀਡੀਆ ਵੀ ਸਾਨੂੰ ਆ ਕੇ ਪੁੱਛਦਾ ਸੀ ਵੀ ਕੀ ਘਟਿਆ, ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਸਾਡੀ ਆਵਾਜ਼ ਗਈ ਹੈ ਨਾ। ਸੋ ਅਸੀਂ ਆਪਣੀ ਆਵਾਜ਼ ਅਪੜਾਉਣ ਦੇ ਵਿੱਚ ਕਾਮਯਾਬ ਹੋ ਗਏ। ਜੇ ਆਪਾਂ ਗੱਲ ਕਰੀਏ ਭਾਈ ਗੁਰਬਖਸ਼ ਸਿੰਘ ਦੀ, ਭਾਈ ਗੁਰਬਖਸ਼ ਸਿੰਘ ਦੇ ਸੰਘਰਸ਼ ਦੇ ਨਾਲ ਬੰਦੀ ਸਿੰਘ ਰਿਖਾ ਨਹੀਂ ਹੋਏ, ਪਰ ਉਹਨੇ ਦੁਨੀਆ ਨੂੰ ਦੱਸ ਤੇ ਦਿੱਤਾ ਨਾ ਵੀ ਸਾਡੇ ਜੇਲ੍ਹਾਂ ਦੇ ਵਿੱਚ ਉਹ ਵੀ ਪਏ ਨੇ ਜਿਨ੍ਹਾਂ ਨੇ ਸਜ਼ਾਵਾਂ ਭੁਗਤਣੀਆਂ ਪਰ ਅਜੇ ਅੰਦਰ ਨੇ। ਉਹਦਾ ਮੈਸੇਜ ਛੱਡ ਗਿਆ ਨਾ, ਉਹਦੇ ਮੈਸੇਜ ਨੂੰ ਉਹਨਾਂ ਪ੍ਰਮਾਣ ਕਰ ਲਓ, ਉਸ ਤੋਂ ਗਾਂ ਕਾਰਵਾਈ ਆਪਾਂ ਸ਼ੁਰੂ ਕਰ ਦਈਏ। ਸੋ ਅਸੀਂ ਆਪਣਾ ਮੈਸੇਜ ਛੱਡਿਆ, ਅੱਜ ਵੀ ਲੜਦੇ ਪਏ ਹਾਂ। ਜੇ ਭਾਈ ਬਲਦੇਵ ਸਿੰਘ ਵਡਾਲਾ ਲੱਗੇ ਨੇ, ਮੈਂ ਬਕਾਇਦਾ ਕੈਮਰੇ ਤੇ ਕਹਿਣਾ ਮੈਂ ਸਮਰਥਨ ਹਾਂ, ਕਿਉਂਕਿ 328 ਸਰੂਪਾਂ ਦਾ ਜਿਹੜਾ ਵੀ ਹਿਸਾਬ ਮੰਗੇਗਾ ਅਸੀਂ ਉਹਦੇ ਨਾਲ ਆ ਜੀ। ਬਹੁਤ ਬਹੁਤ ਧੰਨਵਾਦ। ਬਹੁਤ ਮਿਹਰਬਾਨੀ। ਪ੍ਰਸਿੱਧ ਪੱਤਰਕਾਰ ਸਾਡੇ ਨਾਲ ਸਨ ਸਰਦਾਰ ਮਖੂ ਸਾਹਿਬ ਤੋਂ। ਇਹਨਾਂ ਦਾ ਇਹੋ ਹੀ ਕਹਿਣਾ ਕਿ ਕਿਸਾਨੀ ਸੰਘਰਸ਼ ਆ, ਜਿੰਨਾ ਚਿਰ ਸੰਘਰਸ਼ ਚੱਲੇਗਾ ਅਸੀਂ ਜ਼ਰੂਰ ਉਹਨਾਂ ਦੇ ਨਾਲ ਚੱਲਾਂਗੇ। ਔਰ ਦੂਸਰੇ ਪਾਸੇ ਉਹਨਾਂ ਨੇ ਜਿਹੜੇ 328 ਸਰੂਪ ਨੇ ਜਿਹੜਾ ਉਹਨਾਂ ਨੂੰ
ਉਹਨਾਂ ਨੂੰ ਲੈ ਕੇ ਜਿਹੜਾ ਇਹਨਾਂ ਨੇ ਕਾਫੀ ਦਿਨਾਂ ਤੋਂ ਐਸਜੀਪੀਸੀ ਦੇ ਖਿਲਾਫ ਮੋਰਚਾ ਖੋਲ੍ਹਿਆ ਹੋਇਆ। ਉਹਨਾਂ ਦੇ ਇਹੋ ਹੀ ਕਹਿਣਾ ਕਿ ਜਦੋਂ ਤੱਕ ਇਹਨਾਂ ਦਾ ਹਿਸਾਬ ਐਸਜੀਪੀਸੀ ਵੱਲੋਂ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਜਿੰਨੀਆਂ ਵੀ ਸੰਸਥਾਵਾਂ ਇਸ ਮੰਗ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰਦੀਆਂ ਨੇ, ਮਖੂ ਉਹਨਾਂ ਦੇ ਨਾਲ ਰਹਿਣਗੇ। ਕੈਮਰਾਮੈਨ ਪਰਮਜੀਤ ਸਿੰਘ ਦੇ ਨਾਲ ਇੰਦਰਜੀਤ ਸਿੰਘ ਚਾਹਲ, NRI ਮੀਡੀਆ।